ਦੀ ਗੱਲ ਤੇ ਸੀਐਮ ਮਾਨ ਨੇ ਚੱਕੇ ਸਵਾਲ ਕਿ ਅੰਗਰੇਜ਼ਾਂ ਨੇ ਬਣਾਇਆ ਸੀ ਇਹ ਸਿਸਟਮ, ਹੁਣ ਕਿਉਂ ਲੋਕਾਂ ਤੋਂ ਕੁਝ ਛੁਪਾਇਆ ਜਾਵੇ। ਉਪ ਰਾਸ਼ਟਰਪਤੀ ਦੀ ਚੋਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਮੰਗਿਆ ਸਮਰਥਨ। ਯੂਪੀਏ ਦੇ ਸਹਿਯੋਗੀਆਂ ਸਣੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਮਿਲ ਕੇ ਕਿਸਾਨ ਦੇ ਪੁੱਤ ਜਗਦੀਪ ਧਨਖੜ ਨੂੰ ਜਿਤਾਈਏ। ਉਪ ਰਾਸ਼ਟਰਪਤੀ ਚੋਣਾਂ 'ਚ ਵਿਰੋਧੀ ਧਿਰ ਨੇ ਮਾਰਗਰੇਟ ਅਲਵਾ ਤੇ ਖੇਡਿਆ ਦਾ। ਕਾਂਗਰਸ ਦੀ ਸੀਨੀਅਰ ਲੀਡਰ ਨੂੰ ਬਣਾਇਆ ਉਮੀਦਵਾਰ। ਉੱਤਰਾਖੰਡ ਰਾਜਸਥਾਨ ਦੇ ਰਹਿ ਚੁੱਕੇ ਨੇ ਰਾਜਪਾਲ। ਪੰਜਾਬ ਪੁਲਿਸ ਨੇ ਮਾਈਨਿੰਗ ਦੇ ਵੱਡੇ ਨੈਕਸਸ ਦਾ ਕੀਤਾ ਪਰਦਾਫਾਸ਼। ਈਡੀ ਦੀ ਇਨਪੁਟ ਤੋਂ ਬਾਅਦ ਬਣੀ ਐਸਆਈਟੀ ਨੇ ਕੀਤਾ ਖੁਲਾਸਾ। ਛੇਤੀ ਹੋਏਗਾ ਵੱਡਾ ਐਕਸ਼ਨ। ਮੂਸੇਵਾਲਾ ਕਤਲकांड 'ਚ ਸ਼ਾਮਲ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਮਾਨਸਾ ਕੋਰਟ ਨੇ ਭੇਜਿਆ ਜੇਲ੍ਹ। ਕਸ਼ਿਸ਼ ਕੇਸ਼ਵ ਤੇ ਦੀਪਕ ਵੀ ਨਿਆਇਕ ਹਿਰਾਸਤ 'ਚ। ਰਿਮਾਂਡ ਖਤਮ ਹੋਣ ਮਗਰੋਂ ਕੀਤਾ ਗਿਆ ਸੀ ਕੋਰਟ 'ਚ ਪੇਸ਼। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਫਿਰ ਮਿਲਿਆ ਰਿਮਾਂਡ। ਬਾਬਾ ਬਕਾਲਾ ਕੋਰਟ ਨੇ 4 ਦਿਨਾਂ ਦੇ ਰਿਮਾਂਡ ਤੇ ਭੇਜਿਆ। 2017 ਦੇ ਇੱਕ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਕਰ ਰਹੀ ਹੈ ਪੁੱਛਗਿੱਛ। ਸਾਬਕਾ ਮੰਤਰੀ ਦੇ ਭਤੀਜੇ ਦਲਜੀਤ ਗਿਲਜੀਆ ਨੂੰ ਮੁੜ 4 ਦਿਨਾਂ ਦੀ ਰਿਮਾਂਡ। ਦਲਜੀਤ ਨੇ ਰਿਸ਼ਵਤ ਦੇ ਇਲਜ਼ਾਮਾਂ ਨੂੰ ਕੀਤਾ ਖਾਰਿਜ। ਕਿਹਾ ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਗਈ ਹੈ ਕਾਰਵਾਈ। ਸੁਲਤਾਨਪੁਰ ਲੋਧੀ 'ਚ ਸੀਐਮ ਮਾਨ ਨੇ ਪਵਿੱਤਰ ਕਾਲੀ ਵੇਈ ਨਦੀ ਦਾ ਪੀਤਾ ਪਾਣੀ। ਵੇਈ ਨੂੰ ਸਾਫ਼ ਕਰਨ ਲਈ ਲੱਗੇ ਹੋਏ ਨੇ ਸੰਤ ਬਲਬੀਰ ਸਿੰਘ ਸੀਚੇਵਾਲ। ਪੰਜਾਬ 'ਚ ਹੁਣ ਟ੍ਰੈਫਿਕ ਨਿਯਮ ਤੋੜਨ ਤੇ ਭਰਨਾ ਹੋਏਗਾ ਭਾਰੀ ਜੁਰਮਾਨਾ। ਮਾਨ ਸਰਕਾਰ ਨੇ ਚਲਾਨ ਦੇ ਵਧਾਏ ਰੇਟ। ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੇ ਲੱਗੇਗਾ 5 ਤੋਂ 10 ਹਜ਼ਾਰ ਤੱਕ ਦਾ ਜੁਰਮਾਨਾ। ਲਾਇਸੈਂਸ ਵੀ ਹੋਏਗਾ ਸਸਪੈਂਡ। ਪੰਜਾਬ 'ਚ ਮੀਂਹ ਨਾਲ ਆਫਤ। ਕਈ ਇਲਾਕਿਆਂ 'ਚ ਪਾਣੀ ਭਰਨ ਕਰਕੇ ਵਧੀ ਪਰੇਸ਼ਾਨੀ। ਕਈ ਪਿੰਡਾਂ 'ਚ ਸੈਂਕੜੇ ਏਕੜ ਫਸਲ ਹੋਈ ਨਸ਼ਟ। ਪਹਾੜਾਂ 'ਚ ਵੀ ਆਫਤ ਦੀ ਬਰਸਾਤ ਜਾਰੀ। ਕਿੰਨੌਰ 'ਚ ਭਾਰੀ ਮੀਂਹ ਕਾਰਨ ਸਾਂਗਲਾ ਘਾਟੀ 'ਚ ਆਇਆ ਹੜ੍ਹ। ਥੇਮਗਰੰਗ ਨਾਲੇ 'ਚ ਪਹਾੜਾਂ ਤੋਂ ਡਿੱਗੇ ਵੱਡੇ ਵੱਡੇ ਪੱਥਰ। ਸਥਾਨਕ ਲੋਕਾਂ ਦੀ ਵਧੀ ਪਰੇਸ਼ਾਨੀ। ਕੁਰੂਕਸ਼ੇਤਰ 'ਚ ਚਲਦੀ ਸਕੂਲ ਬੱਸ ਤੋਂ ਡਿੱਗੀ 5 ਸਾਲਾ ਬੱਚੀ। ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ। ਪਰਿਵਾਰ ਨੇ ਬੱਸ ਡਰਾਈਵਰ ਤੇ ਲਾਪਰਵਾਹੀ ਦੇ ਲਾਏ ਇਲਜ਼ਾਮ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਈਨਿੰਗ ਮਾਫੀਆ ਦੀ। ਮਾਈਨਿੰਗ ਮਾਫੀਆ ਤੇ ਵੱਡਾ ਐਕਸ਼ਨ ਹੋਇਆ ਔਰ ਪੰਜਾਬ ਪੁਲਿਸ ਵੱਲੋਂ ਮਾਈਨਿੰਗ ਮਾਫੀਆ ਦੇ ਨੈਕਸਸ ਦਾ ਪਰਦਾਫਾਸ਼ ਕੀਤਾ ਗਿਆ। ਐਸਆਈਟੀ ਦੀ ਰਿਪੋਰਟ ਦੇ ਵਿੱਚ ਸਨਸਨੀਖੇਜ਼ ਖੁਲਾਸੇ ਹੋਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਮਿਲੀ ਇਨਪੁਟ ਤੋਂ ਬਾਅਦ ਇਹ ਐਸਆਈਟੀ ਬਣਾਈ ਗਈ ਸੀ। ਪਿਛਲੇ ਦਿਨੀ ਹੀ ਸਰਕਾਰ ਨੂੰ ਐਸਆਈਟੀ ਨੇ ਆਪਣੀ ਰਿਪੋਰਟ ਸੌਂਪੀ ਹੈ। ਐਸਆਈਟੀ ਦੀ ਰਿਪੋਰਟ ਦੇ ਵਿੱਚ ਸਨਸਨੀਖੇਜ਼ ਖੁਲਾਸੇ ਹੋਏ ਨੇ ਜੋ ਸਰਕਾਰ ਨੇ ਐਸਆਈਟੀ ਬਣਾਈ ਸੀ। ਔਰ ਹੁਣ ਸੋਰਸਿਸ ਤੋਂ ਇਹ ਜਾਣਕਾਰੀ ਹੈ ਕਿ ਐਸਆਈਟੀ ਦੀ ਰਿਪੋਰਟ ਦੇ ਆਧਾਰ ਤੇ ਵੱਡਾ ਐਕਸ਼ਨ ਹੋਏਗਾ। ਪਿਛਲੇ ਦਿਨੀ ਹੀ ਐਸਆਈਟੀ ਨੇ ਸਰਕਾਰ ਨੂੰ ਰਿਪੋਰਟ ਸੌਂਪੀ ਹੈ ਔਰ ਹੁਣ ਗੱਲ ਐਕਸ਼ਨ ਦੀ ਆ ਗਈ ਹੈ ਕਿ ਰਿਪੋਰਟ ਤੇ ਆ ਗਈ ਹੈ ਤੇ ਹੁਣ ਕਾਰਵਾਈ ਕੀ। ਸੋਰਸਿਸ ਕਹਿ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਏਗੀ। ਐਸਆਈਟੀ ਨੇ ਪੂਰੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਨਜਾਇਜ਼ ਮਾਈਨਿੰਗ ਦੇ ਮਾਮਲੇ ਤੇ ਐਸਆਈਟੀ ਬਣਾਈ ਗਈ ਸੀ ਸਰਕਾਰ ਵੱਲੋਂ ਔਰ ਇਹ ਰਿਪੋਰਟ ਜਿਹੜੀ ਬਣੀ ਹੈ ਈਡੀ ਦੀ ਇਨਪੁਟ ਤੋਂ ਬਾਅਦ ਬਣੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਇਨਪੁਟ ਤੋਂ ਬਾਅਦ ਇਹ ਰਿਪੋਰਟ ਬਣਾਈ ਗਈ ਹੈ ਔਰ ਪੰਜਾਬ ਸਰਕਾਰ ਦੇ ਕੋਲ ਰਿਪੋਰਟ ਪਹੁੰਚ ਚੁੱਕੀ ਹੈ। ਯਾਨੀ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ 'ਚ ਪਹੁੰਚ ਚੁੱਕੀ ਹੈ ਔਰ ਹੁਣ ਸਰਕਾਰ ਨੇ ਅੱਗੇ ਕੀ ਐਕਸ਼ਨ ਕਰਨਾ ਹੈ, ਕੀ ਕਾਰਵਾਈ ਕਰਨੀ ਹੈ, ਇਹ ਹੁਣ ਸਰਕਾਰ ਦੇ ਸਿਰ ਤੇ ਹੈ। ਸੋ ਸੋਰਸਿਸ ਤੋਂ ਖਬਰਾਂ ਨੇ ਕਿ ਸਰਕਾਰ ਵੀ ਐਕਸ਼ਨ ਦੇ ਮੂਡ 'ਚ ਹੈ ਤੇ ਅਗਲੇ ਦਿਨਾਂ ਦੇ ਵਿੱਚ ਵੱਡਾ ਐਕਸ਼ਨ ਨਜਾਇਜ਼ ਮਾਈਨਿੰਗ ਮਾਮਲੇ ਦੇ ਵਿੱਚ ਮਾਈਨਿੰਗ ਮਾਫੀਆ ਤੇ ਦਿਖਾਈ ਦੇਵੇਗਾ। ਤੇ ਗੱਲ ਕਰਦੇ ਹਾਂ ਉਪ ਰਾਸ਼ਟਰਪਤੀ ਦੀ ਚੋਣ ਦੀ। ਉਪ ਰਾਸ਼ਟਰਪਤੀ ਯਾਨੀ ਵਾਈਸ ਪ੍ਰੈਜ਼ੀਡੈਂਟ ਦੀ ਚੋਣਾਂ ਦੇ ਲਈ ਹੁਣ ਬੀਜੇਪੀ ਨੇ ਸਮਰਥਨ ਮੰਗਿਆ ਹੈ ਔਰ ਜਿਹੜੇ ਬੀਜੇਪੀ ਦੇ ਸਹਿਯੋਗੀ ਰਹੇ ਨੇ, ਜਿਹੜੀਆਂ ਸਿਆਸੀ ਪਾਰਟੀਆਂ ਐਨਡੀਏ ਦੇ ਜਿਹੜੇ ਦਲ ਰਹੇ ਨੇ, ਉਹਨਾਂ ਤੋਂ ਸਮਰਥਨ ਮੰਗਿਆ ਗਿਆ ਹੈ। ਜੇਪੀ ਨੱਡਾ ਵੱਲੋਂ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਪ ਰਾਸ਼ਟਰਪਤੀ ਚੋਣਾਂ ਦੇ ਲਈ ਆਪਣੀਆਂ ਸਹਿਯੋਗੀ ਪਾਰਟੀਆਂ ਤੋਂ ਸਮਰਥਨ ਮੰਗਿਆ ਹੈ ਔਰ ਨੱਡਾ ਨੇ ਕਿਹਾ ਹੈ ਕਿ ਸਾਨੂੰ ਮਿਲ ਕੇ
किसान दे पुੱਤ जगदीप धनखड़ ਨੂੰ ਜਿਤਾਉਣ ਦੀ ਜ਼ਰੂਰਤ ਹੈ, ਜਿਤਾਉਣਾ ਚਾਹੀਦਾ ਹੈ। ਇਹ ਅਪੀਲ ਕੀਤੀ ਗਈ ਹੈ बीजेपी के कौमी प्रधान जेपी नड्डा वालों। यूपीए ते सहयोगी पार्टियां तो समर्थन मंगया गया है जगदीप धनखड़ दे लई। जगदीप धनखड़ नूं उम्मीदवार बनाया है बीजेपी ने उप राष्ट्रपति दा, वाइस प्रेजिडेंट दा, और उसदे लई हुण समर्थन जुटाउण दी कोशिश की जा रही है। पहला द्रौपदी मुर्मू दे लई समर्थन मंगया गया सी जो बीजेपी के राष्ट्रपति के उम्मीदवार ने, और उस तो बाद हुण उप राष्ट्रपति के लई भी समर्थन जुटाया जा रहा है। ने एक किसान पुत्र, एक ऐसा व्यक्ति जो साधारण परिवार से निकल करके सामाजिक आर्थिक कठिनाइयों को झेलते हुए, और जिसे हम कहें कि एक हम्बल बैकग्राउंड से आकर एक किसान पुत्र ने एक फर्स्ट जनरेशन प्रोफेशनल के रूप में अपने आप को आगे बढ़ाया, और एक सक्षम प्रशासक के रूप में भी और सक्षम राजनेता के रूप में भी 3 दशक तक जीवन में उन्होंने सामाजिक सेवा, देश सेवा की और उच्च कोटि की देश सेवा की। ऐसे प्रत्याशी को हम सब लोग किसान पुत्र को लेकर के आए हैं। मेरा आग्रह है सभी भारत के राजनीतिक दलों से कि आप सबका उपराष्ट्रपति पद के लिए हमारे जगदीप धनखड़ जी का समर्थन मिले, उपराष्ट्रपति पद पर हम सर्वसम्मति कर सके। अभी समय भी है, अभी मौका भी है, तो हम सभी से अपील करते हैं, और विशेष करके मैं यूपीए के घटक दलों से और यूपीए के दलों से निवेदन करना चाहूँगा कि आइए, ये मौका है जब हम एक किसान पुत्र को उपराष्ट्रपति पद पर आसीन कर सकेंगे, और सभी के योगदान से वह आगे बढ़ेंगे। ऐसा अगर हम करते हैं तो यह प्रजातंत्र के लिए भी अच्छा होगा, और इस मेरी अपील को हमारे यूपीए के साथी अवश्य ध्यान देंगे। तो जेपी नड्डा वालों समर्थन मंगया गया है एनडीए के उपराष्ट्रपति के उम्मीदवार जगदीप धनखड़ के लिए। जेपी नड्डा वालों कहा गया है कि किसान के पुੱਤ ਨੂੰ उपराष्ट्रपति बनाने के लिए सहयोग किया जाए। असीं एक किसान के पुੱਤ ਨੂੰ चुनिया है इस वड्डे अहुदे के लिए। ये गल जेपी नड्डा कह रहे हैं, अपील कर रहे हैं, समर्थन मांग रहे हैं। एक बार फिर सुना देने। हम लोगों ने एक किसान पुत्र, एक ऐसा व्यक्ति जो साधारण परिवार से निकल करके सामाजिक आर्थिक कठिनाइयों को झेलते हुए, और जिसे हम कहें कि एक हम्बल बैकग्राउंड से आकर एक किसान पुत्र ने एक फर्स्ट जनरेशन प्रोफेशनल के रूप में अपने आप को आगे बढ़ाया, और एक सक्षम प्रशासक के रूप में भी और सक्षम राजनेता के रूप में भी 3 दशक तक जीवन में उन्होंने सामाजिक सेवा, देश सेवा की और उच्च कोटि की देश सेवा की। ऐसे प्रत्याशी को हम सब लोग किसान पुत्र को लेकर के आए हैं। मेरा आग्रह है सभी भारत के राजनीतिक दलों से कि आप सबका उपराष्ट्रपति पद के लिए हमारे जगदीप धनखड़ जी का समर्थन मिले, उपराष्ट्रपति पद पर हम सर्वसम्मति कर सके। अभी समय भी है, अभी मौका भी है, तो हम सभी से अपील करते हैं, और विशेष करके मैं यूपीए के घटक दलों से और यूपीए के दलों से निवेदन करना चाहूँगा कि आइए, ये मौका है जब हम एक किसान पुत्र को उपराष्ट्रपति पद पर आसीन कर सकेंगे, और सभी के योगदान से वह आगे बढ़ेंगे। ऐसा अगर हम करते हैं तो यह प्रजातंत्र के लिए भी अच्छा होगा, और इस मेरी अपील को हमारे यूपीए के साथी अवश्य ध्यान दें। ਤੇ ਹੁਣ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਵੱਡੇ ਬਿਆਨ ਦੀ, ਜਾਂ ਕਹੀਏ ਉਹਨਾਂ ਦੀ ਇੱਕ ਵੱਡੀ ਮੰਗ ਦੀ। ਦਰਅਸਲ ਜਦੋਂ ਵੀ ਕੋਈ ਰਾਜਨੇਤਾ, ਕੋਈ ਸੀਐਮ, ਕੋਈ ਮੰਤਰੀ ਆਪਣੇ ਅਹੁਦੇ ਦੀ ਸਹੁੰ ਚੁੱਕਦੇ ਨੇ, ਹਲਫ ਲੈਂਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ, ਔਰ ਉਸ ਹਲਫ ਦੇ ਵਿੱਚ ਹੁਣ ਸੀਐਮ ਮਾਨ ਨੇ ਬਦਲਾਅ ਦੀ ਮੰਗ ਕੀਤੀ ਹੈ। सीएम मान ने कहा है कि ਉਹਦੇ ਦੇ ਵਿੱਚ ਭੇਦ ਗੁਪਤ ਰੱਖਣ ਦੀ ਜਿਹੜੀ ਗੱਲ ਹੈ ਜਾਂ ਜਿਹੜੀ ਸਹੁੰ ਚੁੱਕੀ ਜਾਂਦੀ ਹੈ ਉਸ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਦਾ ਸਿਸਟਮ ਸੀ ਔਰ ਹੁਣ ਇਸ ਸਿਸਟਮ ਦੇ ਵਿੱਚ ਬਦਲਾਅ ਦੀ ਲੋੜ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਭੇਦ ਗੁਪਤ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਹਰ ਚੀਜ਼ ਪਬਲਿਕ ਦੇ ਸਾਹਮਣੇ ਓਪਨ ਹੋਣੀ ਚਾਹੀਦੀ ਹੈ। ਇਹ ਗੱਲ ਭਗਵੰਤ ਮਾਨ ਵੱਲੋਂ ਕਹੀ ਗਈ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਜ਼ਮਾਨੇ 'ਚ ਕੀ ਭੇਦ ਗੁਪਤ ਰੱਖਣਾ, ਫਾਈਲਾਂ ਤੇ ਲੋਕਾਂ ਤੋਂ ਰਾਏ ਲਈ ਜਾਵੇ। ਜਿਹੜੀ
ਫਾਈਲ ਤੇ ਸਰਕਾਰ ਨੇ ਫੈਸਲਾ ਲੈਣਾ ਹੈ, ਜੋ ਵੀ ਫੈਸਲਾ ਲੈਣਾ ਹੈ ਉਸ ਤੇ ਲੋਕਾਂ ਤੋਂ ਰਾਏ ਲਈ ਜਾਵੇ ਔਰ ਲੋਕ ਰਾਏ ਦੇ ਨਾਲ ਉਹ ਫੈਸਲੇ ਲਏ ਜਾਣ। ਇਹ ਗੱਲ ਸੀਐਮ ਭਗਵੰਤ ਮਾਨ ਵੱਲੋਂ ਕਹੀ ਗਈ ਹੈ। ਯਾਨੀ ਜਦੋਂ ਅਹੁਦੇ ਦੀ ਕੋਈ ਵਿਅਕਤੀ ਸਹੁੰ ਚੁੱਕਦਾ ਹੈ ਤਾਂ ਅਹੁਦੇ ਦੇ ਨਾਲ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਂਦੀ ਹੈ ਔਰ ਉਸ ਸਹੁੰ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੇ ਕੋਈ ਵੀ ਮਸਲਾ ਮੇਰੇ ਧਿਆਨ ਦੇ ਵਿੱਚ ਲਿਆਂਦਾ ਜਾਏਗਾ ਤਾਂ ਮੈਂ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਿਸੇ ਨਾਲ ਉਜਾਗਰ ਨਹੀਂ ਕਰਾਂਗਾ, ਕਿਸੇ ਨਾਲ ਡਿਸਕਸ ਨਹੀਂ ਕਰਾਂਗਾ। ਇਹ ਭੇਦ ਗੁਪਤ ਰੱਖਣ ਦੀ ਸਹੁੰ ਹੁੰਦੀ ਹੈ। ਪਰ ਸੀਐਮ ਮਾਨ ਨੇ ਕਿਹਾ ਕਿ ਜੇ ਫਾਈਲਾਂ ਵੀ ਆਉਂਦੀਆਂ ਨੇ ਤਾਂ ਉਸ ਤੇ ਵੀ ਲੋਕ ਰਾਏ ਲਈ ਜਾਵੇ, ਉਸ ਦੇ ਵਿੱਚ ਭੇਦ ਗੁਪਤ ਰੱਖਣ ਦੀ ਕੀ ਜ਼ਰੂਰਤ ਹੈ। ਇਹ ਅੰਗਰੇਜ਼ਾਂ ਦੇ ਜ਼ਮਾਨੇ ਦਾ ਸਿਸਟਮ ਹੈ ਔਰ ਇਸ ਨੂੰ ਹੁਣ ਬਦਲੇ ਜਾਣ ਦੀ ਲੋੜ ਹੈ। ਜਿਹੜੀ ਸਹੁੰ ਚੁੱਕਦੇ ਨੇ ਨਾ ਬਾਬਾ ਜੀ, ਉਹ ਭੇਤ ਗੁਪਤ ਰੱਖਣ ਦੀ ਸਹੁੰ ਚੁੱਕਦੇ ਨੇ ਵੀ ਮੈਂ ਕਿਸੇ ਨੂੰ ਦੱਸੂਗਾ ਨਹੀਂ। ਇਹ ਅੰਗਰੇਜ਼ਾਂ ਵੇਲੇ ਦੀ ਬਣਾਈ ਹੋਈ ਹੈ। ਅੱਜ ਦੇ ਜ਼ਮਾਨੇ 'ਚ ਕਿਉਂ ਗੁਪਤ ਰੱਖ ਰਹੇ ਹੋ ਬਈ ਲੋਕਾਂ ਤੋਂ? ਦੱਸੋ ਸਾਰਾ ਕੁਝ ਵੀ ਆਹ ਮੇਰੇ ਕੋਲ ਫਾਈਲ ਆਈ ਹੈ, ਕੀ ਕਰਾਂ ਜੀ ਇਹਦਾ, ਮੈਂ ਆਹ ਬਜਟ ਬਣਾਉਣਾ ਕਿਵੇਂ ਬਣਾਈਏ ਜੀ, ਆਹ ਰੇਤੇ ਦੀ ਮਾਈਨਿੰਗ ਦੀ ਪਾਲਿਸੀ ਹੈ, ਦੱਸੋ ਭਾਈ ਕੀ ਹੋਣਾ ਚਾਹੀਦਾ ਹੈ, ਕਿ ਕਿੱਥੇ ਤੱਕ ਤੁਸੀਂ ਉਹ ਕਰ ਦੋਗੇ। ਵੀ ਆ ਜਿਹੜੀ ਸਹੁੰ ਚੁੱਕਦੇ ਨੇ ਨਾ ਬਾਬਾ ਜੀ, ਉਹ ਭੇਤ ਗੁਪਤ ਰੱਖਣ ਦੀ ਸਹੁੰ ਚੁੱਕਦੇ ਨੇ ਵੀ ਮੈਂ ਕਿਸੇ ਨੂੰ ਦੱਸੂਗਾ ਨਹੀਂ। ਇਹ ਅੰਗਰੇਜ਼ਾਂ ਵੇਲੇ ਦੀ ਬਣਾਈ ਹੋਈ ਹੈ। ਅੱਜ ਦੇ ਜ਼ਮਾਨੇ 'ਚ ਕਿਉਂ ਗੁਪਤ ਰੱਖ ਰਹੇ ਹੋ ਬਈ ਲੋਕਾਂ ਤੋਂ? ਦੱਸੋ ਸਾਰਾ ਕੁਝ ਵੀ ਆਹ ਮੇਰੇ ਕੋਲ ਫਾਈਲ ਆਈ ਹੈ, ਕੀ ਕਰਾਂ ਜੀ ਇਹਦਾ, ਮੈਂ ਆਹ ਬਜਟ ਬਣਾਉਣਾ ਕਿਵੇਂ ਬਣਾਈਏ ਜੀ, ਆਹ ਰੇਤੇ ਦੀ ਮਾਈਨਿੰਗ ਦੀ ਪਾਲਿਸੀ ਹੈ, ਦੱਸੋ ਭਾਈ ਕੀ ਹੋਣਾ ਚਾਹੀਦਾ ਹੈ, ਕਿ ਕਿੱਥੇ ਤੱਕ ਤੁਸੀਂ